ਇੱਕ ਵਾਰੀ ਤਾਂ ਉਹ ਇੱਕ ਪਰਚਾ ਵੀ ਸਾਈਨ ਕਰਵਾਉਣ ਆ ਗਏ ਸੀ ਜਿਹਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਸੰਸਥਾ ਦਾ ਨਾਮ ਵੀ ਗਲਤ ਲਿਖਿਆ ਹੋਇਆ ਸੀਗਾ। ਫਿਰ ਵੀ ਅਸੀਂ ਅਕੋਮੋਡੇਟ ਕੀਤਾ ਸੀ ਕਿ ਵੀ ਤੁਸੀਂ ਪਰਚਾ ਦਾ ਬਦਲਾ ਲਿਓ, ਅਸੀਂ ਇੱਥੇ ਰੱਖ ਦਾਂਗੇ, ਜਿਹੜਾ ਸਿੰਘ ਸਾਈਨ ਕਰਨਾ ਚਾਹੂਗਾ ਉਹ ਸਾਈਨ ਕਰਦੇ, ਪਰ ਦਬਾਅ ਨਾ ਪਾਓ। ਜੋ ਉਸ ਪ੍ਰੈਸ ਕਾਨਫਰੰਸ 'ਚੋਂ ਅਸੀਂ ਮੈਸੇਜ ਦੇਣਾ ਚਾਹੁੰਦੇ ਸੀ ਜਾਂ ਹਲੇ ਵੀ ਦੇ ਰਹੇ ਹਾਂ, ਉਹ ਇਹ ਨਹੀਂਗਾ ਕਿ ਵੀ ਇਹਨਾਂ ਲੋਕਾਂ ਨੂੰ ਇਕੱਠਾ ਕਰਕੇ ਅਸੀਂ ਇਹ ਕੋਈ ਫੋਰਸ ਫੜਾ ਰਹੇ ਹਾਂ। ਕਿ ਸਾਡਾ ਜਿਹੜਾ ਜ਼ੋਰ ਹੋਊਗਾ ਉਹ ਹੋਊਗਾ ਕਿ ਇੱਕ ਸਮਾਜਿਕ ਸਿਵਲ ਸੁਸਾਇਟੀ ਖੜੀ ਕਰੀਏ ਜਿਹੜੀ 84 ਤੋਂ ਪਹਿਲਾਂ ਸੀਗੀ ਵੀ ਪੰਜਾਬ 'ਚ, ਤੇ 84 ਤੋਂ ਬਾਅਦ ਤਹਿਸ ਨਹਿਸ ਹੋ ਗਈ ਆ, ਜਿਹੜੀ ਕਿ ਅਕਾਲੀ ਪੋਲਿਟਿਕਸ 'ਚ ਵੀ ਪਹਿਲਾਂ ਹੁੰਦੀ ਸੀ ਕਿ ਉਹ ਕੁੰਡਾ ਰੱਖਦੇ ਹੁੰਦੇ ਸੀ, ਕਿਸੇ ਤਰੀਕੇ ਦਾ ਇੱਕ ਪ੍ਰੈਸ਼ਰ ਰੱਖਦੇ ਸੀ। ਜੇ ਕੋਈ ਬੰਦਾ ਪੋਲਿਟਿਕਸ ਆਫ ਕਨਵਿਕਸ਼ਨ ਨਹੀਂ ਕਰ ਸਕੇ, ਘੱਟੋ ਘੱਟ ਪੋਲਿਟਿਕਸ ਆਫ ਕੰਪਲਸ਼ਨ ਤਾਂ ਕਰੇ, ਉਹ ਧੋਖਾ ਤਾਂ ਨਾ ਦੇ ਸਕੇ। ਆਏ ਆ ਜੀ ਕਿ ਵੀ ਕੋਈ ਵੀ ਲੀਡਰਸ਼ਿਪ ਤੁਸੀਂ ਲੈ ਆਓਗੇ, ਇਹ ਨਹੀਂ ਕਿ ਵੀ ਆਪਾਂ ਕੋਈ ਘਰੋਂ ਮਤਲਬ ਚੂਰੀ ਖਾ ਕੇ ਉੱਠ ਕੇ ਸਵੇਰੇ ਜਾਂਦਾ ਕਿ ਵੀ ਮੈਂ ਗਦਾਰ ਬਣਨਾ। ਉਹ ਇਹ ਪ੍ਰੋਸੈਸ ਆ ਜਿਹੜਾ ਸਟੇਟ ਦਾ, ਉਹਨੂੰ ਗਦਾਰ ਬਣਾ ਦਿੰਦਾ। ਜਦੋਂ ਡੈਡਲੌਕਸ ਆਉਣਗੇ, ਲੋਕਾਂ ਦੇ ਵਿੱਚ ਆਜ਼ਾਦੀ ਦੀ ਭਾਵਨਾ ਆਊਗੀ, ਸੰਤਾਂ ਦਾ ਨਾਂ ਵੀ ਆਊਗਾ, ਜਾਂ ਹੋਰ ਜਿਹੜੇ ਲੋਕ ਉਸ ਜਿਹੜੇ ਆਈਕਨਸ ਜਾਂ ਯੋਧੇ ਜਿਹੜੇ ਉਸ ਚੀਜ਼ ਦੇ ਉਸ ਜ਼ੁਲਮ ਦੇ ਅਗੇਂਸਟ ਲੜੇ ਆ, ਉਹਨਾਂ ਦਾ ਨਾਂ ਆਊਗਾ ਹੀ ਆਊਗਾ। ਇਹ ਪੰਜਾਬ ਦੀ ਧਰਤੀ ਆ, ਇਹ ਤੇ ਹੁੰਦਾ ਹੀ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅਖੰਡ ਬਾਣੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ ਸਾਰੀਆਂ ਸੰਗਤਾਂ ਦਾ ਮੈਂ ਪ੍ਰੀਤ ਸੈਣੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਪਸੰਦ ਦੇ ਪ੍ਰੋਗਰਾਮ ਸਫਰੇ ਸਿੱਖੀਜ਼ਮ ਦੇ ਵਿੱਚ। ਤੇ ਸਫਰੇ ਸਿੱਖੀਜ਼ਮ ਦੀ ਟੀਮ ਅੱਜ ਇੱਕ ਵਾਰ ਮੁੜ ਤੋਂ ਸ਼ੰਭੂ ਮੋਰਚੇ ਪਹੁੰਚੀ ਹੈ। ਅਸੀਂ ਹਾਜ਼ਰੀ ਵੀ ਭਰੀ ਹੈ ਇੱਥੇ, ਤੇ ਅਜੇਪਾਲ ਸਿੰਘ ਬਰਾੜ ਸਾਡੇ ਨਾਲ ਨੇ। 5 ਮੈਂਬਰੀ ਕਮੇਟੀ ਜੋ ਬਣੀ ਹੋਈ ਹੈ ਇਸ ਮੋਰਚੇ ਦੀ, ਉਸ ਦੇ ਮੈਂਬਰ ਨੇ। ਅੱਗੇ ਦੀ ਸਾਡੀ ਰੂਪਰੇਖਾ ਕੀ ਹੈ, ਅੱਗੇ ਇਹ ਮੋਰਚਾ ਕਿਹੜੇ ਰਾਹ ਤੁਰਿਆ ਹੈ, ਕਿਉਂਕਿ ਪਿੱਛੇ ਜੋ ਕੁਝ ਹੋਇਆ, ਜਿੱਦਾਂ ਖਾਲਿਸਤਾਨ ਦਾ ਨਾਰਾ ਲੱਗਿਆ, ਜੋ ਹੌਚ-ਪੌਚ ਹੋਈ ਇਸ ਮੋਰਚੇ ਦੇ ਵਿੱਚ, ਜਿੰਨਾ ਮੀਡੀਆ ਨੇ ਪੀਲੀ ਪੱਤਰਕਾਰੀ ਨੇ ਬਵਾਲ ਬਣਾਇਆ, ਉਹ ਵੀ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਆ। ਤੇ ਇਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅੱਗੇ ਦੀ ਸਾਡੀ ਕੀ ਹੈ ਰੂਪਰੇਖਾ ਸ਼ੰਭੂ ਮੋਰਚੇ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਇਹੀ ਜਾਣਨਾ ਚਾਹਾਂਗੇ ਕਿ ਬੀਤੇ ਦਿਨੀ ਜੋ ਕੁਝ ਹੋਇਆ ਮੋਰਚੇ ਨੂੰ ਲੈ ਕੇ, ਬੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਇਹਦਾ ਅਕਸ ਖਰਾਬ ਹੋਵੇ। ਮੈਂ ਤਾਂ ਉਸ ਨੂੰ ਇਹੀ ਕਹਾਂਗਾ ਜੋ ਨਜ਼ਰ ਆਇਆ, ਕਿਉਂਕਿ ਇੰਨਾ ਵੱਡਾ ਇਸ਼ੂ ਨਹੀਂ ਸੀ ਜਿੰਨਾ ਵੱਡਾ ਬਣਾ ਕੇ ਰਾਈਜ਼ ਕੀਤਾ ਗਿਆ। ਉਸ ਇਸ਼ੂ ਦੇ ਬਾਰੇ ਸਭ ਤੋਂ ਪਹਿਲਾਂ ਤਾਂ ਤੁਸੀਂ ਕੀ ਕਹੋਗੇ? ਵੇਖੋ ਜੀ, ਆਏ ਆ ਕਿ ਵੀ ਇੱਥੇ ਆਪਣੇ ਨਾਲ ਹੀ ਮੋਰਚਾ ਲੱਗਿਆ ਹੋਇਆ, ਪਹਿਲਾਂ ਹੀ ਮਾਨ ਸਾਹਿਬ ਹਰਿਆਂ ਦਾ ਤੇ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ, ਤੇ ਇਹ ਕਈ ਵਾਰੀ ਆ ਕੇ ਬੋਲ ਵੀ ਜਾਂਦੇ ਸੀ ਤੇ ਕਈ ਵਾਰੀ ਹੋ ਵੀ ਜਾਂਦਾ ਸੀ। ਤੇ ਅਸੀਂ ਨਿੱਜੀ ਤੌਰ ਤੇ ਇਹ ਵੀ ਕਹਿ ਦਿੰਦੇ ਸੀ ਕਿ ਬੇਟਾ ਕਿ ਬਈ ਜੇ ਕੋਈ ਬੱਚਾ ਭਾਵੁਕ ਹੋ ਜਾਂਦਾ ਸੀ ਤਾਂ ਉਹਨੂੰ ਸਮਝਾ ਬੁਝਾ ਕੇ ਇਹ ਵੀ ਕਹਿ ਦਿੱਤਾ ਜਾਂਦਾ ਸੀ ਕਿ ਚਲੋ ਕੋਈ ਗੱਲ ਨਹੀਂ, ਮਤਲਬ ਜੇ ਕੋਈ ਕੁਛ ਇੰਝ ਗੱਲ ਹੋ ਜਾਂਦੀ ਹੈ ਤੇ ਇੱਕ ਫੈਮਿਲੀ ਦੇ ਤੌਰ ਤੇ ਜਾਂ ਇੱਕ ਪਰਿਵਾਰਕ ਤੌਰ ਤੇ ਹੀ ਅਸੀਂ ਇਹਨੂੰ ਨਜਿੱਠਦੇ ਰਹੇ ਹੈਗੇ ਆ। ਤੇ ਉਦੋਂ ਬਾਏ ਚਾਂਸ ਉਹ ਥੋੜ੍ਹਾ ਜਿਹਾ ਇਸ਼ੂ ਵੱਧ ਗਿਆ ਤੇ ਉਹ ਠੀਕ ਆ, ਹਾਕਮ ਜੀ ਤੋਂ ਰਿਐਕਸ਼ਨ ਜ਼ਿਆਦਾ ਹੋ ਗਿਆ ਤੇ ਉਹ ਫਿਰ ਉਹਦਾ ਜਿਸ ਤਰੀਕੇ ਨਾਲ ਉਹ ਬਵਾਲ ਉਠਾਇਆ ਗਿਆ, ਜਿਵੇਂ ਐਜ਼ ਇਫ ਕਿ ਇਹ ਪਰਟੀਕੂਲਰ ਇੱਕ ਹੀ ਇਨਸੀਡੈਂਟ ਹੋਇਆ ਤੇ ਇਹਦੇ 'ਤੇ ਇਹ ਗੱਲ ਹੋਈ ਆ, ਐਸੀ ਗੱਲ ਨਹੀਂ ਸੀ। ਇੱਥੇ ਕਾਫੀ ਵਾਰੀ ਉਹ ਬੋਲ ਕੇ ਵੀ ਜਾਂਦੇ ਰਹੇ ਆ ਤੇ ਆਉਂਦੇ ਵੀ ਰਹੇ ਆ। ਤੇ ਅਸੀਂ ਇੱਕ ਵਾਰੀ ਤਾਂ ਉਹ ਇੱਕ ਪਰਚਾ ਵੀ ਸਾਈਨ ਕਰਵਾਉਣ ਆ ਗਏ ਸੀ ਜਿਹਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦਾ ਸੰਸਥਾ ਦਾ ਨਾਮ ਵੀ ਗਲਤ ਲਿਖਿਆ ਹੋਇਆ ਸੀਗਾ। ਫਿਰ ਵੀ ਅਸੀਂ ਅਕੋਮੋਡੇਟ ਕੀਤਾ ਸੀ ਕਿ ਵੀ ਤੁਸੀਂ ਪਰਚਾ ਦਾ ਬਦਲਾ ਲਿਓ, ਅਸੀਂ ਇੱਥੇ ਰੱਖ ਦਾਂਗੇ, ਜਿਹੜਾ ਸਿੰਘ ਸਾਈਨ ਕਰਨਾ ਚਾਹੂਗਾ ਉਹ ਸਾਈਨ ਕਰਦੇ, ਪਰ ਦਬਾਅ ਨਾ ਪਾਓ ਕਿਸੇ ਨੂੰ। ਸੋ ਇਹ ਜਿਹੇ ਇੰਸੀਡੈਂਟ ਹੁੰਦੇ ਰਹਿੰਦੇ ਆ, ਪਰ ਮੈਂ ਇਹ ਸਮਝਦਾ ਕਿ ਕੋਈ ਵੀ ਇੰਸੀਡੈਂਟ ਐਸਾ ਲਾਈਵ ਨਹੀਂ ਕਰਨਾ ਚਾਹੀਦਾ ਸਾਨੂੰ, ਜਾਂ ਦਿਖਾਉਣਾ ਨਹੀਂ ਚਾਹੀਦਾ, ਜਾਂ ਸਾਨੂੰ ਵੀ ਇੱਥੋਂ ਨਹੀਂ ਉਹਨੂੰ ਕਹਿਣਾ ਚਾਹੀਦਾ, ਜਾਂ ਉਹਨਾਂ ਨੂੰ ਵੀ ਨਹੀਂ ਕਰਨਾ ਚਾਹੀਦਾ, ਕਿਉਂਕਿ ਆਫਟਰ ਆਲ ਤਾਂ ਕਿਤੇ ਨਾ ਕਿਤੇ ਇੱਕ ਕਮਿਊਨਿਟੀ ਦੀ ਜਾਂ ਸਾਡੀ ਸਿੱਖੀ ਦਾ ਹੀ ਸਵਾਲ ਆ। ਜੋ ਐਂ ਬਾਹਰ ਜਾਵੇ ਤਾਂ ਕਈ ਮਸਲੇ ਜਿਹੜੇ ਆ, ਮੈਂ ਕਹਿੰਦਾ ਪਰਿਵਾਰਕ ਹੀ ਹੁੰਦੇ ਆ। ਰਣਨੀਤਿਕ ਮਤਭੇਦ ਹੋ ਸਕਦੇ ਆ, ਪਰ ਹੈ ਤਾਂ ਇੱਕ ਹੀ ਨਾ ਆਖਰ ਸਾਰੇ, ਕਿਉਂਕਿ ਅਸੀਂ ਇੱਕੋ ਹੀ ਟੀਚੇ ਵਾਸਤੇ ਲੜ ਰਹੇ ਹਾਂ। ਤੇ ਆਪਣੀ ਜਿਹੜੀ ਅਸੀਂ ਹੋਂਦ ਦੀ ਲੜਾਈ ਸ਼ੁਰੂ ਕੀਤੀ ਹੈ, ਇਸ ਮੋਰਚੇ ਨੂੰ ਦੀਪ ਸਿੱਧੂ ਦਾ ਮੋਰਚਾ ਕਿਹਾ ਜਾਂਦਾ ਹੈ ਕਿਉਂਕਿ ਉਹ ਨੌਜਵਾਨ ਜਿਸ ਨੇ ਐਸ਼ੋ ਆਰਾਮ ਦੀ ਜ਼ਿੰਦਗੀ ਬਤੀਤ ਕੀਤੀ ਹੋਵੇ ਤੇ ਅੱਜ ਉਸ ਦੇ ਅੰਦਰ ਚਿਣਕ ਇਹ ਜਾਗੀ ਹੈ ਕਿ ਮੈਂ ਪੰਜਾਬ ਨੂੰ ਬਰਬਾਦ ਨਹੀਂ ਹੋਣ ਦੇਣਾ, ਕਿਉਂਕਿ ਉਹ ਰਾਜਨੀਤੀ ਬਾਖੂਬ ਚੰਗੀ ਤਰ੍ਹਾਂ ਸਮਝ ਗਿਆ ਹੈ, ਜਾਣਦਾ ਹੈ। ਲਾਅ ਦੀ ਪੜ੍ਹਾਈ ਉਹਨੇ ਕੀਤੀ ਹੋਈ ਹੈ, ਵਿਦੇਸ਼ ਦੇ ਵਿੱਚ ਜਾ ਕੇ ਉਹਨੇ ਵਿਦੇਸ਼ੀ ਨੀਤੀਆਂ ਰਣਨੀਤੀਆਂ ਚੰਗੀ ਤਰ੍ਹਾਂ ਸਮਝੀਆਂ ਨੇ, ਜਿਸ ਦੇ ਚੱਲਦਿਆਂ ਕਿਤੇ ਨਾ ਕਿਤੇ ਉਸ ਨੂੰ ਵੀ ਬੜੇ ਸਾਰੇ ਉਤਾਰ ਚੜਾਵ ਦਾ ਸਾਹਮਣਾ ਕਰਨਾ ਪਿਆ, ਕਿਉਂਕਿ ਸਨੀ ਦਿਓਲ ਦੀ ਕੈਂਪੇਨਿੰਗ ਆਈ ਥਿੰਕ ਦੀਪ ਸਿੱਧੂ ਨੂੰ ਸਭ ਤੋਂ ਮਹਿੰਗੀ ਪਈ ਹੈ, ਕਿਉਂਕਿ ਉਹ ਚੀਜ਼ ਉਹ ਮੰਨਦੇ ਵੀ ਰਹੇ ਨੇ। ਪਰ ਤੁਸੀਂ ਕਿੰਨਾ ਕੀ ਭਰੋਸਾ ਕਰਦੇ ਹੋ ਜੋ ਚੀਜ਼ਾਂ ਅੱਜ ਤੱਕ ਮੋਰਚੇ ਦੇ ਵਿੱਚ ਹੋਈਆਂ ਜਾਂ ਦੀਪ ਸਿੱਧੂ ਨੇ ਕਹੀਆਂ,
ਕਿਉਂਕਿ ਅਜੇ ਵੀ ਬਹੁਤ ਸਾਰੀ ਸੰਗਤ ਵਿਦੇਸ਼ਾਂ ਦੀ ਅਜਿਹੀ ਹੈ ਜਾਂ ਲੋਕਲ ਸੰਗਤ ਅਜਿਹੀ ਹੈ ਜੋ ਲਗਾਤਾਰ ਇਹ ਪ੍ਰਚਾਰ ਰਹੀ ਹੈ, ਜਾਂ ਕਹਿ ਸਕਦੇ ਹਾਂ ਕਿ ਕੁਝ ਸਰਕਾਰੀ ਪਿੱਠੂ ਅਜਿਹੇ ਨੇ ਜੋ ਲਗਾਤਾਰ ਇਹ ਪ੍ਰਚਾਰ ਰਹੇ ਨੇ ਕਿ ਕਿਤੇ ਦੀਪ ਸਿੱਧੂ ਪ੍ਰੋਜੈਕਟ ਕੀਤਾ ਹੋਇਆ ਤਾਂ ਨਹੀਂ। ਦੇਖੋ ਜੀ, ਇੰਜ ਤਾਂ ਕੋਈ ਗੱਲ ਨਹੀਂ ਗੀ, ਪਿੱਛੇ ਬਹੁਤ ਗੱਲਾਂ ਕਰ ਲਏ ਆ। ਆਪਾਂ ਇੱਕ ਕੰਪਲੀਮੈਂਟਰੀ ਫੋਰਸ ਹੀ ਆ। ਮੈਂ ਪਹਿਲਾਂ ਵੀ ਬੜੀ ਵਾਰੀ ਗੱਲ ਕੀਤੀ ਹੈ ਕਿ ਵੀ ਜੇ ਕੋਈ ਪ੍ਰੋਟੈਸਟ ਚੱਲ ਰਹੀ ਹੈ, ਹਾਂ ਅਸੀਂ ਇੱਕ ਨਜ਼ਰੀਆ ਡਿਫਰੈਂਟ ਦਿੱਤਾ, ਇੱਕ ਪਰਸਪੈਕਟਿਵ ਡਿਫਰੈਂਟ ਦਿੱਤਾ ਕਿ ਵੀ ਕਿਸ ਤਰੀਕੇ ਦਾ ਸਾਨੂੰ ਚਾਹੀਦਾ ਕੀ ਆ। ਪਰ ਫਿਰ ਵੀ ਕਿਸਾਨੀ ਦੀ ਜਿਹੜੀ ਸਟਰਗਲ ਆ ਉਹਦੇ ਇੱਕ ਕੰਪਲੀਮੈਂਟਰੀ ਫੋਰਸ ਆ, ਉਹਦਾ ਸਹਾਈ ਫੋਰਸ ਹੀ ਹੈਗੇ ਆ ਜਿੱਥੇ ਬੈਠੇ ਹੈਗੇ ਆ। ਤਾਂ ਉਹਨੂੰ ਕਹਿਣਾ ਕਿ ਨਹੀਂ ਵੀ ਇਹ ਕਿਸੇ ਨੇ ਪ੍ਰੋਜੈਕਟ ਕੀਤਾ ਤਾਂ ਵੀ ਪ੍ਰੋਜੈਕਟ ਕਰਕੇ ਕੀ ਹੋ ਰਿਹਾ, ਸਪੋਰਟ ਹੀ ਹੋ ਰਹੀ ਹੈ ਨਾ ਫਾਰਮਰਸ ਦੀ। ਇੰਨਾ ਉਹਨਾਂ ਨੂੰ ਇੱਕ ਸਪੋਰਟ ਹੀ ਮਿਲ ਰਹੀ ਹੈ ਇੱਥੋਂ। ਜੇ ਕੋਈ ਪ੍ਰੋਟੈਸਟ ਵਾਸਤੇ ਤੋਂ ਜਾਂਦਾ ਤਾਂ ਉਹਨੂੰ ਲੰਗਰ ਮਿਲਦਾ, ਅਸੀਂ ਆਵਾਜ਼ ਮਿਲਦੀ ਹੈ। ਅਤੇ ਯੂਨੀਅਨ ਵਾਲੇ ਵੀ ਆ ਕੇ ਬੋਲ ਕੇ ਜਾਂਦੇ ਆ, ਹਰ ਤਰ੍ਹਾਂ ਦੇ ਵਿਚਾਰ ਵਾਲੇ ਲੋਕ ਬੋਲ ਕੇ ਜਾਂਦੇ ਹੈਗੇ ਆ। ਅਤੇ ਉਹ ਬੋਲਦੇ ਤਾਂ ਕਿਸਾਨੀ ਸੰਘਰਸ਼ ਦੇ ਹੱਕ 'ਚ ਹੀ ਆ ਨਾ। ਅਤੇ ਅਲਟੀਮੇਟਲੀ ਜੇ ਉਹਦਾ ਗੇਨ ਹੋਊਗਾ ਤਾਂ ਉਹ ਕਿਸਾਨਾਂ ਦੇ ਸੰਘਰਸ਼ ਨੂੰ ਹੀ ਹੋਊਗਾ। ਅਤੇ ਜੇ ਪ੍ਰੋਜੈਕਟ ਕੀਤਾ ਨਾ ਕੀਤਾ ਮੈਨੂੰ ਤਾਂ ਸਮਝ ਨਹੀਂ ਆਉਂਦੀ। ਫਿਰ ਤਾਂ ਜੇ ਪ੍ਰੋਜੈਕਟ ਕੀਤੇ ਤਾਂ ਮੈਂ ਕਹਿੰਦਾ 100 ਕੁ ਹੋਰ ਪ੍ਰੋਜੈਕਟ ਕਰਨ, ਉਹ ਸਾਨੂੰ ਲਿਆ ਕੇ ਦੇਣ ਕਿ ਜਿਹੜੇ ਹੈ ਅਸੀਂ ਥਾਂ ਥਾਂ ਬਿਠਾ ਦਈਏ ਹੋਰ, ਹੈ ਨਾ, ਜਿਹੜੇ ਇਸ ਗੱਲ ਦੀ ਗੱਲ ਕਰਨ ਕਿ ਪੰਜਾਬ ਨੂੰ ਖੁਦ ਮੁਖਤਿਆਰੀ ਚਾਹੀਦੀ ਹੈ, ਪੰਜਾਬ ਦਾ ਆਪਦਾ ਮਾਡਲ ਹੋਣਾ ਚਾਹੀਦਾ। ਅਤੇ ਲੋੜ ਹੈ ਸਾਨੂੰ ਤਾਂ ਜੇ ਕੋਈ ਐਸਾ ਟ੍ਰੇਨਿੰਗ ਸਕੂਲ ਹੈ ਉਹਨਾਂ ਦਾ ਪ੍ਰੋਜੈਕਟ ਕਰਨ ਵਾਲਾ ਤਾਂ ਜ਼ਰੂਰ ਹੋਰ ਭੇਜਣ ਸਾਨੂੰ। ਬਿਲਕੁਲ ਜੀ, ਬਿਲਕੁਲ। ਉਹ ਤਾਂ ਆਉਣ ਵਾਲਾ ਵਕਤ ਦੱਸਿਆ ਹੈ ਕਿ ਸਰਕਾਰ ਹੋਰ ਭੇਜਦੀ ਹੈ, ਪ੍ਰੋਜੈਕਟ ਕੀਤਾ ਹੋਇਆ ਨਹੀਂ ਕੀਤਾ ਹੋਇਆ। ਪਰ ਇੱਕ ਗੱਲ ਤਾਂ ਤੈਅ ਹੈ ਕਿ ਪੰਜਾਬ ਦੀ ਆਵਾਮ ਪੰਜਾਬੀ ਦੀਪ ਸਿੱਧੂ ਉੱਤੇ ਅੱਖਾਂ ਬੰਦ ਕਰਕੇ ਭਰੋਸਾ ਕਰ ਰਹੇ ਨੇ, ਕਿਉਂਕਿ ਸਾਡੇ ਵੀ ਲਾਈਵ ਚੱਲਦਾ ਹੈ ਚੈਨਲ ਦੇ ਉੱਤੇ ਗੁਰਬਾਣੀ ਅਖੰਡ ਬਾਣੀ 'ਤੇ। ਅਤੇ ਜਿੰਨੀਆਂ ਸਾਨੂੰ ਕਾਲਸ ਆਉਂਦੀਆਂ ਨੇ, ਜਿੰਨੀ ਵਿਊਵਰਸ਼ਿਪ, ਆਈ ਥਿੰਕ ਕਿਸੇ ਵੀ ਚੈਨਲ ਦੇ ਉੱਤੇ ਕਦੇ ਕੋਈ ਵੀ ਮੋਰਚਾ ਟਰੈਂਡਿੰਗ ਦੇ ਵਿੱਚ ਨਹੀਂ ਆਇਆ ਹੋਊਗਾ। ਗਾਣੇ ਤੁਸੀਂ ਜ਼ਰੂਰ ਦੇਖੇ ਹੋਣਗੇ ਸਿੰਗਰਸ ਦੇ, ਪਰ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਚੈਨਲ ਦੇ ਉੱਤੇ ਸ਼ੰਭੂ ਮੋਰਚਾ ਲਗਾਤਾਰ ਟਰੈਂਡਿੰਗ ਦੇ ਵਿੱਚ ਹੀ ਚੱਲ ਰਿਹਾ ਹੈ। ਅਤੇ ਇਸ ਦਾ ਮਤਲਬ ਇਹ ਹੈ ਕਿ ਦੇਸ਼ ਵਿਦੇਸ਼ ਦੀ ਸੰਗਤ ਜੁੜੀ ਹੋਈ ਹੈ ਇਸ ਮੋਰਚੇ ਨਾਲ, ਜੋ ਦਿਲੋਂ ਚਾਹੁੰਦੀ ਹੈ ਕਿ ਇਸ ਵਾਰ ਪੰਜਾਬ ਨੂੰ ਆਪਣੀ ਪਛਾਣ, ਆਪਣੀ ਹੋਂਦ ਮਿਲ ਜਾਵੇ, ਕਿਉਂਕਿ ਬੜੀ ਵਾਰ ਮੋਰਚੇ ਲੱਗੇ ਨੇ, ਬੜੀ ਵਾਰ ਵਿਫਲ ਹੋਏ ਨੇ। ਪਰ ਇੱਕ ਸਵਾਲ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਅਜੇ ਵੀ ਆ ਰਿਹਾ ਹੈ, ਕਿਉਂਕਿ ਜਿਹੜੀ ਤੁਸੀਂ ਚੰਡੀਗੜ੍ਹ ਪ੍ਰੈਸ ਕਾਨਫਰੰਸ ਕੀਤੀ ਸੀ ਉਸ ਦੇ ਵਿੱਚ ਕੁਝ ਨਾਮ ਲਿੱਤੇ ਗਏ ਸੀ ਕਿ ਜਿਨ੍ਹਾਂ ਨੂੰ ਤੁਸੀਂ ਇਹ ਮੋਰਚਾ ਬਾਅਦ ਦੇ ਵਿੱਚ ਅਸੀਂ ਕਹਿ ਸਕਦੇ ਸੰਬੋਧਿਤ ਕੀਤਾ ਜਾ ਸਕਦਾ ਹੈ। ਬੇਸ਼ੱਕ ਨਵਜੋਤ ਸਿੰਘ ਸਿੱਧੂ ਹੋਣ, ਸੁਖਪਾਲ ਸਿੰਘ ਖਹਿਰਾ ਹੋਵੇ, ਧਰਮਵੀਰ ਗਾਂਧੀ ਹੋਣ, ਜਿੰਨੇ ਇੱਦਾਂ ਦੇ ਪੋਲੀਟੀਕਲ ਲੀਡਰ ਹੈ ਨੇ ਜੋ ਸੁੱਚੀ ਸੀਰਤ ਵਾਲੇ ਲੱਗਦੇ ਨੇ, ਜਿਹੜੇ ਪੰਜਾਬ ਦੀ ਹੱਕ ਸੱਚ ਦੀ ਗੱਲ ਕਰਦੇ ਨੇ, ਆਵਾਜ਼ ਚੱਕਦੇ ਨੇ, ਉਹਨਾਂ ਨੂੰ ਇਕੱਠਿਆਂ ਕਰ ਇੱਕ ਝੰਡਾ ਇੱਕ ਡੰਡਾ ਕਰਨ ਦੀ ਕੋਸ਼ਿਸ਼ ਤੁਸੀਂ ਕਰ ਰਹੇ ਹੋ ਕਿ ਉਹ ਅੱਗੇ ਲੱਗਣ, ਉਹ ਮੋਰਚਾ ਸਾਂਭਣ, ਕਿਉਂਕਿ ਇੱਕ ਸਿਆਸੀ ਨਵੀਂ ਧਿਰ ਦੀ ਬਹੁਤ ਜ਼ਰੂਰਤ ਹੈ ਪੰਜਾਬ ਨੂੰ ਇਸ ਵੇਲੇ। ਪਰ ਸਵਾਲ ਸੰਗਤ ਦਾ ਇਹ ਹੈ ਕਿ ਇਹ ਸਿਆਸੀ ਧਿਰਾਂ ਵੀ ਕਿਤੇ ਨਾ ਕਿਤੇ ਇਹ ਪੁਰਾਣੀਆਂ ਰਵਾਇਤੀ ਪਾਰਟੀਆਂ ਨਾਲ ਟੁੱਟੀਆਂ ਨੇ, ਜੁੜੀਆਂ ਹੋਈਆਂ ਸੀ। ਚਾਹੇ ਖਹਿਰੇ ਦੀ ਗੱਲ ਹੋਵੇ, ਚਾਹੇ ਧਰਮਵੀਰ ਗਾਂਧੀ ਦੀ ਗੱਲ ਹੋਵੇ, ਅਤੇ ਚਾਹੇ ਬੈਂਸ ਬ੍ਰਦਰਸ ਦੀ ਗੱਲ ਹੋਵੇ। ਇਹਨਾਂ 'ਤੇ ਅਸੀਂ ਕੀ ਭਰੋਸਾ ਕਰ ਸਕਦੇ ਹਾਂ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਜੋ ਉਸ ਪ੍ਰੈਸ ਕਾਨਫਰੰਸ 'ਚੋਂ ਅਸੀਂ ਮੈਸੇਜ ਦੇਣਾ ਚਾਹੁੰਦੇ ਸੀ ਜਾਂ ਹਲੇ ਵੀ ਦੇ ਰਹੇ ਹਾਂ, ਉਹ ਇਹ ਨਹੀਂਗਾ ਕਿ ਵੀ ਇਹਨਾਂ ਲੋਕਾਂ ਨੂੰ ਇਕੱਠਾ ਕਰਕੇ ਅਸੀਂ ਇਹ ਕੋਈ ਫੋਰਸ ਫੜਾ ਰਹੇ ਹਾਂ ਕਿ ਇਹ ਚੋਣਾਂ ਲੜਨ ਜਾਂ ਕੋਈ ਉਸ ਤਰ੍ਹਾਂ ਦੀ ਸਿਆਸੀ ਧਿਰ ਬਣੇ। ਅਸੀਂ ਕਹਿੰਦੇ ਹਾਂ ਕਿ ਵੀ ਇਹ ਇਹਨਾਂ ਲੋਕਾਂ ਨੂੰ ਪੋਲੀਟੀਕਲ ਨੌਲੇਜ ਆ, ਇਹਨਾਂ ਨੂੰ ਪੋਲੀਟੀਕਲ ਡੋਮੇਨ ਦੇ ਵਿੱਚ ਇਹ ਐਗਜ਼ਿਸਟ ਕੀਤੇ ਆ, ਅਤੇ ਕਿਉਂਕਿ ਇਹ ਲੜਾਈ ਪੋਲੀਟੀਕਲ ਆ ਤਾਂ ਇਹਨਾਂ ਦਾ ਫਰਜ਼ ਬਣਦਾ ਕਿ ਇਹ ਅੱਗੇ ਆ ਕੇ ਇਸ ਸਮੇਂ ਇਸ ਲੜਾਈ ਨੂੰ ਕਿਸਾਨਾਂ ਨਾਲ ਰਲ ਕੇ ਲੜਨ। ਅਤੇ ਇਹ ਮੇਨ ਆਬਜੈਕਟਿਵ ਇਹ ਸੀਗਾ। ਪਰ ਜਿਹੜੇ ਤੁਸੀਂ ਖਦਸ਼ੇ ਜ਼ਾਹਰ ਕੀਤੇ, ਉਹਦਾ ਵੀ ਨਾਲ ਇੱਕ ਸੋਲਿਊਸ਼ਨ ਦਿੱਤਾ ਸੀ ਕਿ ਸਾਡਾ ਜਿਹੜਾ ਜ਼ੋਰ ਹੋਊਗਾ ਉਹ ਹੋਊਗਾ ਕਿ ਇੱਕ ਸਮਾਜਿਕ ਸਿਵਲ ਸੁਸਾਇਟੀ ਖੜੀ ਕਰੀਏ, ਜਿਹੜੀ 84 ਤੋਂ ਪਹਿਲਾਂ ਸੀਗੀ ਵੀ ਪੰਜਾਬ 'ਚ, ਅਤੇ 84 ਤੋਂ ਬਾਅਦ ਤਹਿਸ ਨਹਿਸ ਹੋ ਗਈ ਆ, ਜਿਹੜੀ ਕਿ ਅਕਾਲੀ ਪੋਲੀਟਿਕਸ 'ਚ ਵੀ ਪਹਿਲਾਂ ਹੁੰਦੀ ਸੀ ਕਿ ਉਹ ਕੁੰਡਾ ਰੱਖਦੇ ਹੁੰਦੇ ਸੀ, ਕਿ ਕਿਸੇ ਤਰੀਕੇ ਦਾ ਇੱਕ ਪ੍ਰੈਸ਼ਰ ਰੱਖਦੇ ਸੀ। ਜੇ ਕੋਈ ਬੰਦਾ ਪੋਲੀਟਿਕਸ ਆਫ ਕਨਵਿਕਸ਼ਨ ਨਹੀਂ ਕਰ ਸਕੇ, ਘੱਟੋ ਘੱਟ ਪੋਲੀਟਿਕਸ ਆਫ ਕੰਪਲਸ਼ਨ ਤਾਂ ਕਰੇ, ਉਹ ਧੋਖਾ ਤਾਂ ਨਾ ਦੇ ਸਕੇ। ਅਤੇ ਇਹਨਾਂ ਨੂੰ ਇਹ ਜਿਹੜੇ ਨਾਮ ਹੈ ਸਿੰਬੋਲਿਕ ਨਾਂ ਸੀ ਕਿ ਵੀ ਇਹ ਜੇ ਲੋਕ ਆਉਣ ਸਾਡੇ ਨਾਲ, ਬਟ ਦੈਟ ਡਜ਼ ਨਾਟ ਮੀਨ ਕਿ ਵੀ ਹੋਰ ਜਿਹੜੇ ਪੰਜਾਬ ਦੇ ਵਿੱਚ ਬੇਇੰਤਹਾ ਲੀਡਰਸ਼ਿਪ ਅਵੇਲੇਬਲ ਆ, ਜਿਹੜੇ ਸਾਫ ਸੁਥਰੇ ਛੋਟੇ ਛੋਟੇ ਪੱਧਰ 'ਤੇ ਲੀਡਰਸ਼ਿਪ ਤਾਂ ਹਰ ਇੱਕ ਪੱਧਰ 'ਤੇ ਅਵੇਲੇਬਲ ਹੁੰਦੀ ਆ, ਅਤੇ ਉਹ ਲੋਕ ਵੀ ਅੱਗੇ ਆਉਣ, ਉਹ ਲੋਕ ਜੁੜਨ। ਉਹ ਜ਼ਰੂਰੀ ਨਹੀਂ ਕਿ ਵੀ ਕੁਛ ਸਿਆਸਤ ਵਾਸਤੇ ਹੀ ਜੁੜਨ, ਸਿਆਸਤ ਚਾਹੀਦੀ ਹੈ ਪੰਜਾਬ ਨੂੰ, ਉਹ ਵੀ ਜੁੜਨ, ਸਮਾਜਿਕ ਕੰਮਾਂ ਵਾਸਤੇ ਵੀ ਜੁੜਨ। ਅਤੇ ਆਪਾਂ ਇੱਕ ਕਾਲ ਦਿੱਤੀ ਵੀ ਹੈਗੀ ਆ ਕਿ ਵਾਰਸ ਪੰਜਾਬ ਦੇ ਦੀਪ ਜੀ ਨੇ ਵੀ ਕਾਲ ਦਿੱਤੀ ਹੈਗੀ ਆ ਕਿ ਜਿਹੜੇ ਲੋਕ ਇਸ ਕੰਮ ਵਾਸਤੇ ਜੁੜਨਾ ਚਾਹੁੰਦੇ ਆ, ਪੰਜਾਬ ਕੇਂਦਰਿਤ ਮਾਡਲ ਡਿਵੈਲਪ ਕਰਨਾ ਚਾਹੁੰਦੇ ਆ ਖੇਤੀ ਦਾ, ਉਹ ਸਾਡੇ ਨਾਲ ਜੁੜਨ। ਅਤੇ ਕੱਲ੍ਹ ਨੂੰ ਦੇਖਦੇ ਹਾਂ ਕਿ ਵੀ ਉਹ ਕਿਸ ਤਰੀਕੇ ਦਾ ਮਾਡਲ ਡਿਵੈਲਪ ਹੁੰਦਾ, ਕਿਉਂਕਿ ਜਿਹੜਾ ਵੀ ਹੁਣ ਪਿਛਲੇ 150 ਸਾਲ ਤੋਂ ਪੰਜਾਬ ਜੋ ਵੀ ਕਰ ਰਿਹਾ ਉਹ ਬਸਤੀਵਾਦੀ ਇੱਕ ਜਿਹੜੀ ਆਪਣੇ 'ਤੇ ਗਲਬ ਹੈ ਉਹਦੇ ਤਹਿਤ ਕਰ ਰਹੇ ਹਾਂ, ਜੋ ਨੀਤੀਆਂ ਪੰਜਾਬ ਦੀਆਂ। ਅਤੇ ਉਸ ਨੀਤੀਆਂ 'ਚੋਂ ਨਿਕਲਾਂਗੇ ਨਹੀਂ ਜਿੰਨੀ ਦੇਰ ਅਸੀਂ ਪੁਰਾਣਾ ਪੰਜਾਬ ਜੋ ਪੰਜਾਬੀਆਂ ਦਾ ਪੰਜਾਬ ਸੀ, ਜਾਂ ਜੋ
ਖਾਲਸਾ ਰਾਜ ਵੇਲੇ ਪੰਜਾਬ ਸੀ, ਜੇ ਉਸ ਤਰ੍ਹਾਂ ਦੀਆਂ ਪੰਜਾਬ ਕੇਂਦਰਿਤ ਨੀਤੀਆਂ ਨਹੀਂ ਲਿਆਵਾਂਗੇ ਉਨੀ ਦੇਰ ਸਾਡਾ ਬਚਾਅ ਵੀ ਹੈ ਨਹੀਂ। ਤੇ ਜੇਕਰ ਤੁਸੀਂ ਵੀ ਪੰਜਾਬ ਦੇ ਵਾਰਿਸ ਆਪਣੇ ਆਪ ਨੂੰ ਕਹਾਉਣਾ ਚਾਹੁੰਦੇ ਹੋ, ਵਾਕਈ ਹੀ ਬਣਨਾ ਚਾਹੁੰਦੇ ਹੋ, ਤਾਂ ਜੋ ਦੀਪ ਸਿੱਧੂ ਨੇ ਕਾਲ ਦਿੱਤੀ ਹੈ ਜਾਂ ਸ਼ੰਭੂ ਮੋਰਚੇ ਤੋਂ ਜੋ ਕਾਲ ਦਿੱਤੀ ਗਈ ਹੈ, ਉਮੀਦ ਕਰਦੇ ਹਾਂ ਤੁਸੀਂ ਵੀ ਉਹਦਾ ਜ਼ਰੂਰ ਸਮਰਥਨ ਕਰੋਗੇ। ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਅੰਦਰ ਇੱਕ ਲੀਡਰਸ਼ਿਪ ਕੁਆਲਿਟੀ ਹੈ, ਜਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਅੰਦਰ ਉਹ ਜਜ਼ਬਾ ਹੈ ਕਿ ਪੰਜਾਬ ਦੀ ਹੱਕ ਸੱਚ ਦੀ ਲੜਾਈ ਅਸੀਂ ਲੜ ਸਕਦੇ ਹਾਂ, ਕਿਉਂਕਿ ਜ਼ੋਰ ਅਜ਼ਮਾਇਸ਼ ਕਰਨ ਦਾ ਇਹ ਸਮਾਂ ਨਹੀਂ ਹੈ। ਇਸ ਵੇਲੇ ਸਾਨੂੰ ਨੀਤੀ ਤੇ ਰਣਨੀਤੀ ਦੇ ਨਾਲ ਚੱਲਣਾ ਹੋਏਗਾ, ਕਿਉਂਕਿ ਸਰਕਾਰਾਂ ਬਹੁਤ ਸਾਲਾਂ ਤੋਂ ਨੀਤੀਆਂ ਰਣਨੀਤੀਆਂ ਦੇ ਨਾਲ ਖੇਡਦੀਆਂ ਆਈਆਂ ਨੇ। ਸਾਮ ਦਾਮ ਦੰਡ ਭੇਦ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਕਿ ਤੁਹਾਨੂੰ ਕਿੱਥੇ ਕਿੱਦਾਂ ਤੇ ਕਦੋਂ ਮਾਤ ਦੇਣੀ ਹੈ ਉਹਨਾਂ ਨੂੰ। ਤੇ ਅਗਰ ਸਾਨੂੰ ਇਸ ਵੇਲੇ ਇੱਕ ਚੰਗੀ ਸੂਝਵਾਨ ਲੀਡਰਸ਼ਿਪ ਮਿਲਦੀ ਹੈ ਜਾਂ ਨੌਜਵਾਨੀ ਮਿਲਦੀ ਹੈ ਜਿਹੜਾ ਕਿ ਚੰਗੇ ਆਗੂ ਬਣ ਕੇ ਕੌਮ ਦੇ ਅੱਗੇ ਲੱਗਣ, ਪੰਜਾਬ ਦੇ ਅੱਗੇ ਲੱਗਣ, ਤਾਂ ਹੋ ਸਕਦਾ ਹੈ ਕਿ ਪੰਜਾਬ ਨੂੰ ਅਸੀਂ ਇਸ ਵੱਡੇ ਨੁਕਸਾਨ ਤੋਂ ਬਚਾ ਸਕੀਏ, ਵੱਡੇ ਨਿਘਾਰ ਤੋਂ ਬਾਹਰ ਕੱਢ ਸਕੀਏ। ਪਰ ਹਰ ਕਿਸੇ ਦੇ ਜ਼ਿਹਨ 'ਚ ਇਹੀ ਆਉਂਦਾ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਹੁਣ ਪੰਜਾਬ ਦੇ ਅਗਰ ਵਾਰਿਸ ਬਣਨਾ ਹੈ ਤਾਂ ਸਾਹਮਣੇ ਆਓ, ਤੇ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਇਹੀ ਹੈ ਕਿ ਜਿਹੜੇ ਨੋਨ ਫੇਸਿਸ ਲੀਡਰਸ ਹੈ, ਚਾਹੇ ਕਿਸੇ ਵੀ ਸਿਆਸੀ ਧਿਰ ਦੇ ਨਾਲ ਜੁੜੇ ਹੋਏ ਹੋਣ, ਉਹ ਅੱਜ ਜਿੰਨਾ ਮਰਜ਼ੀ ਉਹ ਚੀਕਦੇ ਹੋਣ, ਚਿল্ਲਾਉਂਦੇ ਹੋਣ, ਪੰਜਾਬ ਦੀ ਹੱਕ ਦੀ ਗੱਲ ਕਰਦੇ ਹੋਣ, ਪਰ ਹਰ ਕਿਸੇ ਦੇ ਜ਼ਿਹਨ 'ਚ ਇਹ ਹੈ ਕਿ ਇੱਕ ਨਵਾਂ ਚਿਹਰਾ ਹਰ ਖੇਤਰ 'ਚੋਂ, ਹਰ ਸੂਬੇ 'ਚੋਂ, ਹਰ ਪਾਸਿਓਂ ਸਾਹਮਣੇ ਆਵੇ। ਬੇਸ਼ੱਕ ਉਹ ਦੀਪ ਸਿੱਧੂ ਹੋਵੇ, ਬੇਸ਼ੱਕ ਉਹ ਲੱਖਾ ਸਧਾਣਾ ਹੋਵੇ, ਸਿਮਰਨਜੀਤ ਕੌਰ ਗਿੱਲ ਹੋਵੇ, ਠੀਕ ਹੈ ਜੀ, ਕਨੂਪ੍ਰਿਆ ਹੋਵੇ, ਅਜਿਹੀ ਨੌਜਵਾਨੀ ਜਿਹੜੀ ਜਜ਼ਬਾ ਰੱਖਦੀ ਹੈ ਕੁਝ ਕਰਨ ਦਾ, ਹਿੱਕ ਠੋਕ ਕੇ ਸਾਹਮਣੇ ਖੜਨ ਦਾ। ਕਿਉਂਕਿ ਜਿਹੜੇ ਲੀਡਰਸ ਆਲਰੇਡੀ ਸੱਤਾ ਦੇ ਵਿੱਚ ਹੈ ਨੇ, ਚਾਹੇ ਉਹ ਜਿੰਨਾ ਮਰਜ਼ੀ ਆਪਣੇ ਆਪ ਨੂੰ ਪੰਜਾਬ ਦੇ ਹੱਕ ਸੱਚ ਦੀ ਲੜਾਈ ਦੇ ਵਿੱਚ ਯੋਧਾ ਦੱਸਦੇ ਹੋਣ, ਪਰ ਅਸੀਂ ਜਾਣਦੇ ਹਾਂ ਕਿ ਦਹਾਕਿਆਂ ਤੋਂ ਉਹ ਉਹਨਾਂ ਮੰਗਾਂ ਦੇ ਉੱਤੇ ਅੱਜ ਅੜੇ ਹੋਏ ਨੇ ਜਿਹੜਾ ਮੰਗਾਂ ਤੋਂ 50 ਸਾਲਾਂ ਤੇ ਕਿਸਾਨ ਨੇ। ਆਏ ਆ ਜੀ ਕਿ ਵੀ ਕੋਈ ਵੀ ਲੀਡਰਸ਼ਿਪ ਤੁਸੀਂ ਲੈ ਆਓਗੇ, ਇਹ ਨਹੀਂ ਕਿ ਵੀ ਆਪਾਂ ਕੋਈ ਘਰੋਂ ਮਤਲਬ ਚੂਰੀ ਖਾ ਕੇ ਉੱਠ ਕੇ ਸਵੇਰੇ ਜਾਂਦਾ ਕਿ ਵੀ ਮੈਂ ਗਦਾਰ ਬਣਨਾ। ਉਹ ਇਹ ਪ੍ਰੋਸੈਸ ਆ ਜਿਹੜਾ ਸਟੇਟ ਦਾ ਉਹਨੂੰ ਗਦਾਰ ਬਣਾ ਦਿੰਦਾ, ਜਾਂ ਉਹਨੂੰ ਕੰਪੈਲ ਕਰ ਦਿੰਦਾ। ਜੋ ਪ੍ਰੈਜ਼ੈਂਟ ਸਿਸਟਮ ਆ ਉਹ ਕੰਪੈਲ ਕਰ ਦਿੰਦਾ ਕਿ ਉਹ ਆਪਦੇ ਲੋਕਾਂ ਦੇ ਅਗੇਂਸਟ ਹੀ ਫੈਸਲੇ ਕਰਨ ਲੱਗ ਜਾਂਦਾ, ਜਾਂ ਅਗੇਂਸਟ ਹੀ ਉਹ ਚੱਲਣ ਲੱਗ ਜਾਂਦਾ ਹੈਗਾ। ਪਰ ਜਦੋਂ ਉਹਦੇ 'ਤੇ ਦਬਾਅ ਪੈਂਦਾ, ਆਪਾਂ ਹੁਣ ਪਿੱਛੇ ਵੇਖਿਆ ਕਿ ਜਦੋਂ ਉਹਨਾਂ 'ਤੇ ਦਬਾਅ ਪਿਆ ਤਾਂ ਉਹਨਾਂ ਨੂੰ ਸਾਰਿਆਂ ਨੂੰ ਦੁਬਾਰਾ ਰਿਟਰੈਕਟ ਕਰਨਾ ਪਿਆ ਅਤੇ ਸਹੀ ਰਾਹ 'ਤੇ ਆਉਣਾ ਪਿਆ। ਕੋਸ਼ਿਸ਼ ਕਰ ਰਹੇ ਹੋ ਰਾਹ 'ਤੇ ਆਉਣੇ। ਸੋ ਜੇ ਨਵੀਂ ਲੀਡਰਸ਼ਿਪ ਵੀ ਆਪਾਂ ਲਿਆਉਣੀ ਆ, ਆਉਣੀ ਵੀ ਚਾਹੀਦੀ ਹੈ। ਖੈਰ ਯੂਥ ਨੂੰ ਅੱਗੇ ਆਉਣਾ ਚਾਹੀਦਾ, ਉਹਨਾਂ ਨੂੰ ਸਟੇਕ ਕਲੇਮ ਕਰਨਾ ਚਾਹੀਦਾ ਆਪਦੀ ਰਾਈਟਫੁਲ ਪਲੇਸ ਲੀਡਰਸ਼ਿਪ ਦੇ ਵਿੱਚ, ਉਹ ਤਾਂ ਹੋਣਾ ਹੀ ਚਾਹੀਦਾ। ਪਰ ਉਹਦੇ ਨਾਲ ਕਿਸੇ ਤਰੀਕੇ ਦਾ ਐਸਾ ਪ੍ਰੋਸੈਸ ਜ਼ਰੂਰ ਲੋੜੀਦਾ, ਐਸਾ ਕੁੰਡਾ ਜਾਂ ਕਹਿ ਸਕਦੇ ਜਾਂ ਐਸਾ ਕੰਟਰੋਲ ਜਾਂ ਵਿਸਲ ਬਲੋਰਸ ਐਸੇ ਜ਼ਰੂਰ ਚਾਹੀਦੇ ਆ, ਜਿਹੜੇ ਉਹ ਜੇ ਥੋੜ੍ਹਾ ਜਿਹਾ ਵੀ ਲੀਹ ਤੋਂ ਲੈਣ ਜਾਂ ਆਪਾਂ ਨੂੰ ਲੱਗੇ ਕਿ ਵੀ ਇਹ ਟਰੈਕ ਤੋਂ ਉਤਰ ਰਹੇ ਆ, ਤਾਂ ਉਸੇ ਟਾਈਮ ਆਵਾਜ਼ ਉਠਾਈ ਜਾਵੇ ਤਾਂ ਉਹਨਾਂ ਨੂੰ ਵਾਪਸ ਕੋਰਸ ਕਰੈਕਸ਼ਨ ਜਿਹਨੂੰ ਆਪਾਂ ਕਹਿੰਦੇ ਆ ਕਿ ਉਹਨਾਂ ਨੂੰ ਕਰੈਕਟ ਕਰਕੇ ਦੁਬਾਰਾ ਲਿਆਂਦਾ ਜਾਵੇ, ਤਾਂ ਕਿ ਵੱਡਾ ਡਾਇਵਰਸ਼ਨ, ਜਿਵੇਂ ਆਪਾਂ ਪਿਛਲੇ 20-25 ਸਾਲਾਂ 'ਚ ਵੇਖਿਆ ਕਿ ਬਹੁਤ ਹੀ ਡਿਸਟਰੈਕਟ ਹੋਈ ਸੀ ਸਾਡੀ ਲੀਡਰਸ਼ਿਪ। ਜਿਹੜੀ ਲੀਡਰਸ਼ਿਪ ਸਾਡੀ ਫੈਡਰਲਿਜ਼ਮ ਵਾਸਤੇ ਲੜਦੀ ਸੀਗੀ ਜਾਂ ਸੈਂਟਰ ਸਟੇਟ ਰਿਲੇਸ਼ਨਸ਼ਿਪ 'ਚ ਵੱਧ ਅਧਿਕਾਰਾਂ ਵਾਸਤੇ ਲੜਦੀ ਸੀ, ਉਹ ਜਾ ਕੇ ਸਾਈਨ ਕਰਿਆ ਜੀ 370 ਦੇ ਅਗੇਂਸਟ ਉੱਥੇ ਜਾ ਕੇ, ਤਾਂ ਐਡਾ ਵੱਡਾ ਮਤਲਬ ਇਖਲਾਕੀ ਖਲਾ ਨਾ ਆਵੇ। ਤਾਂ ਇਹਦੇ ਵਾਸਤੇ ਇਹ ਲੀਡਰਸ਼ਿਪ ਨਵੀਂ ਆਉਣੀ ਚਾਹੀਦੀ ਹੈ ਯੂਥ ਦੀ, ਬਹੁਤ ਜ਼ਰੂਰੀ ਆ। ਉਹਨੂੰ ਕਲੇਮ ਵੀ ਕਰਨਾ ਚਾਹੀਦਾ ਆਪਦਾ ਰਾਈਟਫੁਲ ਪਲੇਸ ਵੀ, ਪਰ ਨਾਲ ਦੀ ਨਾਲ ਸਾਡੇ ਕੋਲ ਇੱਕ ਸਮਾਜਿਕ ਧਿਰ ਹੋਣੀ ਚਾਹੀਦੀ ਹੈ, ਜਿਹੜੀ ਸਮਾਜਿਕ ਧਿਰ ਉਹਦੇ 'ਤੇ ਕੰਟਰੋਲ ਰੱਖੇ, ਲੋਕਾਂ ਨੂੰ ਦੱਸ ਸਕੇ ਕਿ ਇਹ ਸਹੀ ਚੱਲ ਰਹੀ ਹੈ ਕਿ ਨਹੀਂ ਚੱਲ ਰਹੀ। ਉਹਦੇ ਵਾਸਤੇ ਇੱਕ ਬਹੁਤ ਸਟਰੋਂਗ ਸਿਵਲ ਸੁਸਾਇਟੀ ਡਿਵੈਲਪ ਕਰਨ ਦੀ ਲੋੜ ਆ, ਅਤੇ ਉਹ ਜੇ ਆਪਾਂ ਉਸ ਵੱਲ ਮਿਹਨਤ ਕਰਾਂਗੇ ਤਾਂ ਉਹ ਡਿਵੈਲਪ ਹੋ ਵੀ ਜਾਊ। ਠੀਕ ਹੈ ਜੀ। ਅਤੇ ਮੈਂ ਇੱਕ ਚੀਜ਼ ਹੋਰ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਅਗਰ ਅਸੀਂ ਮੋਰਚਿਆਂ ਦੀ ਗੱਲ ਕਰਦੇ ਹਾਂ ਜਾਂ ਅਸੀਂ ਭਵਿੱਖ ਦੀ ਗੱਲ ਕਰਦੇ ਹਾਂ, ਹੁਣ ਅਗਰ ਅਸੀਂ ਸਾਰੇ ਜੁੜ ਰਹੇ ਹਾਂ, ਇਹਨਾਂ ਮੋਰਚਿਆਂ ਦੇ ਵਿੱਚ ਬੈਠੇ ਹੋਏ ਹਾਂ, ਅਤੇ ਹਰ ਕਿਸੇ ਨੂੰ ਕੱਲ੍ਹ ਬਾਰੇ ਚਿੰਤਾ ਹੈ ਕਿ ਕੱਲ੍ਹ ਇਹਨਾਂ ਮੋਰਚਿਆਂ ਦਾ ਅਕਸ ਕੀ ਨਜ਼ਰ ਆਏਗਾ, ਕਿਉਂਕਿ ਬੜੇ ਤਰੀਕੇ ਦੇ ਨਾਲ ਇਹਨਾਂ ਮੋਰਚਿਆਂ ਨੂੰ ਵਿਫਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਹੁਤ ਸਾਰੀਆਂ ਇੱਦਾਂ ਦੀਆਂ ਖਬਰਾਂ ਵੀ ਸੋਸ਼ਲ ਮੀਡੀਆ ਦੇ ਵਿੱਚ ਦਿਖਾਈਆਂ ਜਾ ਰਹੀਆਂ ਨੇ ਕਿ ਹੋ ਸਕਦਾ 84 ਵਰਗਾ ਮਾਹੌਲ ਪੈਦਾ ਹੋ ਜਾਵੇ। ਬੜੇ ਜਾਣੇ ਪਰਸਨਲੀ ਪੁੱਛਦੇ ਨੇ ਕਿ ਯਾਰ ਤੁਸੀਂ ਮੋਰਚਿਆਂ ਦੇ ਉੱਤੇ ਜਾਂਦੇ ਹੋ, ਹਾਜ਼ਰੀਆਂ ਭਰਨ ਵਾਸਤੇ ਮਾਹੌਲ ਕਿੱਦਾਂ ਦਾ ਹੁੰਦਾ। ਇਹ ਸਭ ਨੈਸ਼ਨਲ ਮੀਡੀਆ ਦੇ ਉੱਤੇ ਬੜਾ ਚੱਲ ਰਿਹਾ ਹੈ। ਜਿੱਦਾਂ ਬੀਤੇ ਦਿਨ ਇਸ ਮੋਰਚੇ 'ਤੇ ਜੋ ਕੁਝ ਵਾਪਰਿਆ, ਕਦੀ ਮੋਰਚੇ ਦੀ ਕੋਈ ਖਬਰ ਨਹੀਂ ਲੱਗੀ ਹੋਏਗੀ, ਪਰ ਉਹ ਕੋਈ ਨਿਊਜ਼ ਚੈਨਲ ਐਸਾ ਨਹੀਂ ਹੋਗਾ ਜਿਸ ਨੇ ਉਹ ਖਬਰ ਨਾ ਚੱਕੀ ਹੋਵੇ। ਹੁਣ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਹਾਂ ਕਿ ਇਹ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ, ਇਸ ਦੇ ਵਿੱਚ ਅਗਰ ਅਸੀਂ ਗੱਲ ਕਰਦੇ ਹਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ, ਅਗਰ ਗੱਲ ਕਰਦੇ ਹਾਂ 1984 ਦੀ, ਅਗਰ ਗੱਲ ਕਰਦੇ ਹਾਂ ਜਥੇਦਾਰ ਹਵਾਰਾ ਦੀ, ਤਾਂ ਇਹ ਨਾਮ ਲੈਂਦੇ ਹੋਏ ਜਾਂ ਇਹ ਗੱਲਾਂ ਕਰਦੇ ਹੋਏ ਸਾਨੂੰ ਡਰ ਕਿਉਂ ਲੱਗਦਾ, ਸਾਡੀ ਨੌਜਵਾਨੀ ਨੂੰ ਡਰ ਕਿਉਂ ਲੱਗਦਾ, ਕਿਆ ਇਹ ਡਰ ਕਿਉਂ ਬਿਠਾਇਆ ਗਿਆ ਤੁਹਾਨੂੰ ਲੱਗਦਾ?
ਵੈਸੇ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜਦੋਂ ਡੈਡਲੌਕ ਕਰਕੇ ਸਿਚੁਏਸ਼ਨ ਕ੍ਰੀਏਟ ਕਰ ਦਿੰਦੀ ਆ ਸਟੇਟ, ਤਾਂ ਉਹਦੇ ਵਿੱਚ ਸਟੇਟ ਦਾ ਜਿਹੜਾ ਕੋਸ਼ਿਸ਼ ਹੁੰਦੀ ਹੈ ਕਿ ਸਾਨੂੰ ਜਾਂ ਤਾਂ ਡੈਸਪਰੇਸ਼ਨ 'ਚ ਅਸੀਂ ਕੋਈ ਸਟੈਪ ਚੱਕ ਜਾਏ ਸਾਡਾ ਯੂਥ, ਜਾਂ ਫਰਸਟਰੇਟ ਹੋ ਕੇ ਇਸ ਪਾਸੇ ਹੀ ਹਟ ਜੇ। ਫਰਸਟਰੇਟ ਹੋਣ ਵਾਲਾ ਤਾਂ ਪੰਜਾਬੀ ਯੂਥ ਹੈ ਨਹੀਂਗਾ। ਸੋ ਇਸ ਟਾਈਮ ਇਹ ਸਭ ਤੋਂ ਜਿਹੜਾ ਇੰਪੋਰਟੈਂਟ ਜਿਹੜਾ ਹੈਗਾ ਸਾਡੇ ਵਾਸਤੇ ਉਹ ਆ ਕਿ ਅਸੀਂ ਡਿਸਪਲਿਨ ਰੱਖਣਾ ਹੈ। ਅਤੇ ਇਹ ਲੜਾਈ ਬਹੁਤ ਲੰਬੀ ਆ, ਇਹ ਕੋਈ ਬਹੁਤ ਈਜ਼ੀ ਮੀਨਸ ਨਹੀਂਗੇ। ਤਾਂ ਸਾਨੂੰ ਇਹ ਸਮਝਣਾ ਚਾਹੀਦਾ। ਫੋਰ ਐਗਜ਼ਾਮਪਲ ਆਪਾਂ ਪਹਿਲੇ ਸਮੇਂ ਜਦੋਂ ਬੈਠੇ ਸੀ ਤਾਂ ਆਪਾਂ ਟੀਚਾ ਕੀ ਸੀ ਆਪਣਾ ਮੋਰਚੇ ਦਾ, ਕਿ ਆਪਾਂ ਲੋਕਾਂ ਨੂੰ ਅਵੇਅਰ ਕਰਨਾ ਸੀਗਾ। ਹੁਣ ਇਹ ਗੱਲਾਂ ਬਹੁਤ ਸਿੰਪਲ ਜਿਹੀਆਂ ਲੱਗਦੀਆਂ ਵੀ ਕਿ ਇਹ ਕੀ ਟੀਚਾ ਹੋਇਆ ਕਿ ਹੈ ਨਾ, ਆਪਾਂ ਤਾਂ ਕੋਈ ਮਟੀਰੀਅਲ ਗੇਨ ਹੋਵੇ। ਨਹੀਂ, ਮਟੀਰੀਅਲ ਗੇਨ ਨਹੀਂ ਹੁੰਦਾ, ਇੱਕ ਨਵਾਂ ਇਵੋਲਵ ਕਰਨੀ ਹੁੰਦੀ ਆਈਡੀਆ ਨੂੰ, ਅਤੇ ਉਹ ਆਈਡੀਆ ਨੂੰ ਇਵੋਲਵ ਕਰਕੇ ਅੱਗੇ ਆਪਾਂ ਹੁਣ ਵਾਰਸ ਪੰਜਾਬ ਵਾਲਾ ਜਿਹੜਾ ਕੌਨਸੈਪਟ ਲਿਆ ਰਹੇ ਹਾਂ ਤਾਂ ਕਿ ਉਹਨੂੰ ਕੋਈ ਸ਼ੇਪ ਦੇ ਸਕੀਏ, ਉਹ ਪ੍ਰੈਕਟੀਕਲੀ ਵੀ ਪੋਸੀਬਲ ਹੋ ਸਕੇ। ਦੂਸਰੀ ਗੱਲ ਆ ਜਿਹੜੀ ਤੁਸੀਂ ਗੱਲ ਕੀਤੀ ਕਿ ਸੰਤਾਂ ਦਾ ਨਾਂ ਜਾਂ ਹੋਰ ਸਾਡੇ ਯੋਧਿਆਂ ਦਾ ਨਾਂ, ਉਹ ਜੀ ਜਦੋਂ ਇਹ ਜਾਂ ਕੋਈ ਡੈਡਲੌਕ ਆਊਗਾ ਉਹ ਨੈਚੁਰਲ ਆ ਉੱਠਣਾ ਲੋਕਾਂ ਦੇ ਦਿਮਾਗ 'ਚ ਜਾਂ ਜ਼ਹਿਨ 'ਚ ਆਉਣਾ, ਬਿਕੋਜ਼ ਉਹ ਬੰਦੇ ਸਿੰਬੋਲਿਕ ਹੈਗੇ ਆ ਉਸ ਪ੍ਰੋਟੈਸਟ ਦੇ, ਜਾਂ ਉਹਨਾਂ ਨੇ ਉਸ ਜਦੋਜਹਿਦ ਲੜੀ ਆ। ਬਟ ਨਾਲ ਦੀ ਨਾਲ ਜਿਹੜਾ ਸਟੇਟ ਨੇ ਟਰੋਮਾ ਦਿੱਤਾ ਸੀ ਲੋਕਾਂ ਨੂੰ, ਜਿਹੜਾ ਉਹਨਾਂ ਨੇ ਤਸ਼ੱਦਦ ਢਾਈ ਸੀ, ਤਾਂ ਉਹ ਵੀ ਲੋਕਾਂ ਦੇ ਜ਼ਹਿਨ 'ਚ ਕਿਤੇ ਨਾ ਕਿਤੇ ਆਉਂਦੀ ਆ। ਤਾਂ ਜਿਹੜਾ ਕੋਈ ਬਜ਼ੁਰਗ ਹੁੰਦਾ ਉਹਦੇ ਬੱਚਿਆਂ ਨੂੰ ਕਹਿੰਦਾ, ਜਾਂ ਕੋਈ ਹੋਰ ਵੀਰ ਹੁੰਦਾ ਉਹਦੇ ਭਰਾ ਨੂੰ ਕਹਿੰਦਾ ਕਿ ਭਾਈ ਧਿਆਨ ਰੱਖੀ, ਠੀਕ ਹੈ। ਤਾਂ ਉਹ ਇੱਕ ਸਟੇਟ ਦਾ ਮੈਕੈਨਿਜ਼ਮ ਹੈਗਾ ਜਿਹਦੇ ਤਹਿਤ ਉਹ ਤੁਹਾਡੀ ਆਜ਼ਾਦੀ ਦੀ ਸੋਚ ਨੂੰ ਕ੍ਰਸ਼ ਕਰਨ ਦੀ ਸੋਚਦੀ ਹੈ। ਤਾਂ ਉਸ ਪਰਟੀਕੂਲਰ ਯੋਧਿਆਂ ਦੇ ਨਾਂ ਜਾਂ ਉਹਨਾਂ ਹੀਰੋਜ਼ ਦੇ ਨਾਂ ਜਾਂ ਉਹਨਾਂ ਆਈਕਨਸ ਦੇ ਆਂ ਜਦੋਂ ਆਉਂਦੇ ਆ ਤਾਂ ਇੱਕ ਉਹਦੇ ਆਲੇ ਦੁਆਲੇ ਇੱਕ ਸਹਿਮ ਖੜਾ ਕਰ ਦਿੱਤਾ ਜਾਂਦਾ ਹੈ, ਜਾਂ ਇੱਕ ਟੈਬੂ ਖੜਾ ਕਰ ਦਿੱਤਾ ਜਾਂਦਾ ਹੈ ਕਿ ਵੀ ਇਹ ਪਤਾ ਨਹੀਂ ਕੀ ਹੋ ਜਾਊਗਾ। ਇਹ ਜੀ ਕੋਈ ਗੱਲ ਨਹੀਂ, ਜਦੋਂ ਡੈਡਲੌਕਸ ਆਉਣਗੇ ਲੋਕਾਂ ਦੇ ਵਿੱਚ ਆਜ਼ਾਦੀ ਦੀ ਭਾਵਨਾ ਆਊਗੀ, ਸੰਤਾਂ ਦਾ ਨਾਂ ਵੀ ਆਊਗਾ, ਜਾਂ ਹੋਰ ਜਿਹੜੇ ਲੋਕ ਉਸ ਜਿਹੜੇ ਆਈਕਨਸ ਜਾਂ ਯੋਧੇ ਜਿਹੜੇ ਉਸ ਚੀਜ਼ ਦੇ ਉਸ ਜ਼ੁਲਮ ਦੇ ਅਗੇਂਸਟ ਲੜੇ ਆ, ਉਹਨਾਂ ਦਾ ਨਾਂ ਆਊਗਾ ਹੀ ਆਊਗਾ। ਇਹ ਪੰਜਾਬ ਦੀ ਧਰਤੀ ਆ, ਇਹ ਤੇ ਹੁੰਦਾ ਹੀ ਰਿਹਾ ਜੀ। ਬਿਲਕੁਲ, ਮੈਂ ਉਹੀ ਕਹਿਣਾ ਚਾਹਾਂਗਾ ਕਿ ਸੋਸ਼ਲ ਮੀਡੀਆ ਦੇ ਉੱਤੇ ਜਾਂ ਕੁਝ ਜਿਹੜੇ ਗੋਦੀ ਮੀਡੀਆ ਦੇ ਚੈਨਲਸ ਹੈਗੇ ਨੇ ਜੋ ਵੀ ਕੂੜ ਪ੍ਰਚਾਰ ਕਰ ਰਹੇ ਨੇ, ਸਾਨੂੰ ਉਹਦੇ ਵੱਲ ਜ਼ਿਆਦਾ ਤਵੱਜੋ ਦੇਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਸਰਕਾਰਾਂ ਇਹ ਚਾਹੁੰਦੀਆਂ ਨੇ ਕਿ ਤੁਹਾਡੇ ਜ਼ਹਿਨ ਦੇ ਵਿੱਚ ਡਰ ਆਵੇ ਕਿ ਤੁਸੀਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦਾ ਨਾਮ ਨਹੀਂ ਲੈਣਾ ਜਾਂ ਖਾਲਿਸਤਾਨ ਦਾ ਨਾਮ ਨਹੀਂ ਲੈਣਾ, ਕਿਉਂਕਿ ਸਾਨੂੰ ਇਹ ਜਮਹੂਰੀਅਤ ਹੱਕ ਹੈ। ਅਸੀਂ ਆਵਾਜ਼ ਬੁਲੰਦ ਕਰ ਸਕਦੇ ਹਾਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ, ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ। ਪਰ ਅਗਰ ਤੁਹਾਡੇ ਉੱਤੇ ਕੋਈ ਚੀਜ਼ ਥੋਪੀ ਜਾਂਦੀ ਹੈ, ਜਿੱਦਾਂ ਇਹ 3 ਆਰਡੀਨੈਂਸ ਥੋਪੇ ਗਏ ਨੇ, ਤਾਂ ਉਹ ਕਿਸੇ ਨੂੰ ਵੀ ਹੱਕ ਸਰਕਾਰ ਵੀ ਨਹੀਂ ਦਿੰਦੀ ਤੇ ਨਾ ਸਾਡਾ ਸੰਵਿਧਾਨ ਦਿੰਦਾ ਹੈ। ਪਰ ਹਾਂ, ਜੇਕਰ ਸਰਕਾਰ ਹੀ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਤੁਹਾਡੇ ਉੱਤੇ ਹੱਕ ਥੋਪਦੀ ਹੈ, ਬਿਨਾਂ ਮਤਲਬ ਤੋਂ ਤੁਹਾਡੇ ਉੱਤੇ ਇਹ ਪ੍ਰੈਸ਼ਰ ਪਾਉਂਦੀ ਹੈ, ਤਾਂ ਫਿਰ ਸਾਨੂੰ ਇਹ ਮੋਰਚੇ ਲਾਣੇ ਪੈਂਦੇ ਨੇ ਤੇ ਇਹ ਮੋਰਚੇ ਅਸੀਂ ਜਿੱਤ ਕੇ ਵੀ ਵਿਖਾਵਾਂਗੇ। ਅੰਤ ਦੇ ਵਿੱਚ ਦੇਸ਼ ਵਿਦੇਸ਼ ਦੀ ਸੰਗਤ ਨੂੰ ਕੀ ਕਹਿਣਾ ਚਾਹੋਗੇ ਬਰਾੜ ਸਾਹਿਬ? ਮੈਂ ਇਹ ਕਹਿਣਾ ਚਾਹੂੰਗਾ ਜੀ ਕਿ ਵੀ ਪਹਿਲੀ ਗੱਲ ਤਾਂ ਆਪ ਅਵੇਅਰ ਹੋਵੋ। ਜਿਹੜੇ ਬਾਹਰ ਸਾਡੇ ਵੀਰ ਬੈਠੇ ਆ ਉਹ ਆਪਦੇ ਹੋਰ ਇੱਥੇ ਭਰਾਵਾਂ ਨੂੰ ਇੱਕ ਸੋਸ਼ਲ ਮੀਡੀਆ ਰਾਹੀਂ ਗੱਲਬਾਤ ਰਾਹੀਂ ਅਤੇ ਇੱਕ ਦੂਜੇ ਨੂੰ ਇਹ ਦੱਸਣ ਕਿ ਅੱਜ ਪੰਜਾਬ ਨੂੰ ਪੰਜਾਬ ਕੇਂਦਰਿਤ ਖੇਤੀਬਾੜੀ ਮਾਡਲ ਦੀ ਲੋੜ ਆ, ਅਤੇ ਜੇ ਉਹ ਖੇਤੀਬਾੜੀ ਮਾਡਲ ਅਸੀਂ ਲਾਗੂ ਕਰਾਉਣਾ ਹੈ ਤਾਂ ਸਾਨੂੰ ਉਸ ਵਾਸਤੇ ਇੱਕ ਪੋਲੀਟੀਕਲ ਸਪੇਸ ਦੀ ਲੋੜ ਹੋਊਗੀ, ਅਤੇ ਸਾਨੂੰ ਉਸ ਪੋਲੀਟੀਕਲ ਸਪੇਸ ਵਾਸਤੇ ਜਾਂ ਉਸ ਰਾਜਨੀਤਿਕ ਸਪੇਸ ਵਾਸਤੇ ਜਿਹੜਾ ਅਸੀਂ ਲੈਣਾ ਆਪਦਾ ਹੱਕ ਆ ਸਾਡਾ, ਉਹਦੇ ਵਾਸਤੇ ਸਾਨੂੰ ਬਹੁਤ ਲੰਬਾ ਸੰਘਰਸ਼ ਲੜਨਾ ਪਊਗਾ। ਉਸ ਸੰਘਰਸ਼ ਨੂੰ ਲੜਨ ਵਾਸਤੇ ਸਾਨੂੰ ਜਿੱਥੇ ਵਿਵੇਕ ਚਾਹੀਦਾ ਉੱਥੇ ਸਾਨੂੰ ਅਨੁਸ਼ਾਸਨ 'ਚ ਰਹਿਣਾ ਵੀ ਬਹੁਤ ਜ਼ਰੂਰੀ ਆ, ਅਤੇ ਨਾਲ ਸਾਨੂੰ ਸਿਦਕ ਵੀ ਚਾਹੀਦਾ ਉਹਦੇ ਵਾਸਤੇ, ਅਤੇ ਤਿਆਗ ਦੀ ਭਾਵਨਾ ਵੀ ਚਾਹੀਦੀ ਆ। ਡੈਸਪਰੇਟ ਨਹੀਂ ਹੋਣਾ ਆਪਾਂ, ਫਰਸਟਰੇਟ ਨਹੀਂ ਹੋਣਾ, ਇਹ ਨਹੀਂ ਸੋਚਣਾ ਵੀ ਇਹ ਕੱਲ੍ਹ ਹੀ ਜਿੱਤਿਆ ਜਾਊਗਾ। ਇਹ ਬਹੁਤ ਲੰਬੀ ਲੜਾਈ ਆ, ਇਹਦੇ ਵਾਸਤੇ ਲਾਮਬੰਦ ਹੋਣਾ। ਪਰ ਆਪਣਾ ਗੁਜ਼ਾਰਾ ਉਦੋਂ ਹੀ ਆ ਜਦੋਂ ਅਸੀਂ ਸਾਰਾ ਕੁਛ, ਚਾਹੇ ਸਾਡੀ ਐਜੂਕੇਸ਼ਨ ਦੀ ਨੀਤੀ ਆ, ਚਾਹੇ ਸਾਡੀ ਖੇਤੀਬਾੜੀ ਦੀ ਨੀਤੀ ਆ, ਉਹ ਪੰਜਾਬ ਕੇਂਦਰਿਤ ਮਾਡਲਸ ਹੋਣ, ਅਤੇ ਉਹਦੇ ਵਾਸਤੇ ਜੋ ਵੀ ਸਾਨੂੰ ਸੋਧਾਂ ਚਾਹੀਦੀਆਂ ਜਾਂ ਚੇਂਜਸ ਚਾਹੀਦੀਆਂ ਇਸ ਇੱਥੇ ਕੌਂਸਟੀਟਿਊਸ਼ਨ 'ਚ ਜਾਂ ਉਹਦੇ ਵਾਸਤੇ ਸਾਨੂੰ ਸੰਘਰਸ਼ ਕਰਨਾ ਪਊਗਾ, ਅਤੇ ਉਹ ਸਾਡਾ ਹੱਕ ਵੀ ਆ, ਅਤੇ ਉਹ ਸਾਡਾ ਮੋਰਲ ਰਾਈਟ ਵੀ ਆ, ਅਤੇ ਉਹ ਸਾਡਾ ਫਰਜ਼ ਵੀ ਆ ਆਪਦੀ ਆਉਣ ਵਾਲੀਆਂ ਜਨਰੇਸ਼ਨ ਵਾਸਤੇ। ਅਤੇ ਫਿਰ ਮੈਂ ਇਹੀ ਕਹਿਣਾ ਰਹੂੰਗਾ ਕਿ ਵੀ ਇਹਨੂੰ ਡੈਸਪਰੇਟ ਨਾ ਹੋਵੋ, ਫਰਸਟਰੇਟ ਨਾ ਹੋਵੋ, ਅਨੁਸ਼ਾਸਨ 'ਚ ਰਹਿ ਕੇ ਇਹ ਲੜਾਈ ਲੜੋ, ਅਤੇ ਵੱਧ ਤੋਂ ਵੱਧ ਲੋਕ ਅਸੀਂ ਇਹ ਜਿਹੜੀ ਕੈਂਪੇਨ ਲਾਈ ਆ ਵਾਰਿਸ ਪੰਜਾਬ ਦੇ, ਇਹਦੇ 'ਚ ਜੁਆਇਨ ਕਰੋ, ਸਾਨੂੰ ਸੁਜੈਸ਼ਨਸ ਦਿਓ, ਅਤੇ ਸਾਨੂੰ ਦੱਸੋ ਕਿ ਵੀ ਤੁਸੀਂ ਕਿੱਧਰ ਨੂੰ ਆਪਾਂ ਜਾਈਏ, ਕਿਸ ਤਰੀਕੇ ਦਾ ਮਾਡਲ ਡਿਵੈਲਪ ਕਰਨਾ ਚਾਹੀਦਾ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਵਾਸਤੇ।
ਸੋ ਅੰਤ ਦੇ ਵਿੱਚ ਮੈਂ ਇੱਕੋ ਹੀ ਗੱਲ ਕਹਿਣਾ ਚਾਹਾਂਗਾ ਕਿ ਬਰਾੜ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਕਿ ਸਾਡਾ ਐਕਚੁਅਲੀ ਇਸ ਮੋਰਚੇ ਦਾ ਟੀਚਾ ਕੀ ਹੈ। ਮੋਰਚੇ ਤਾਂ ਪੂਰੇ ਭਾਰਤ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ ਲੱਗੇ ਹੋਏ ਨੇ, ਪਰ ਹਾਂ ਜਿੱਥੇ ਹੱਕ ਸੱਚ ਦੀ ਆਵਾਜ਼ ਬੁਲੰਦ ਹੁੰਦੀ ਹੈ ਉਸ ਨੂੰ ਮੀਡੀਆ ਦੇ ਵਿੱਚ ਬਹੁਤ ਘੱਟ ਦਿਖਾਇਆ ਜਾਂਦਾ ਹੈ, ਕਿਉਂਕਿ ਮੀਡੀਆ ਦੇ ਵਿੱਚ ਸਿਰਫ ਉਹੀ ਚੀਜ਼ਾਂ ਦਿਖਾਈਆਂ ਦਰਸਾਈਆਂ ਜਾਂਦੀਆਂ ਨੇ ਜਿਹੜੀਆਂ ਸਰਕਾਰ ਦੇ ਹੱਕ ਦੇ ਵਿੱਚ ਭੁਗਤਦੀਆਂ ਹੋਣ, ਤੇ ਬਹੁਤ ਘੱਟ ਅਜਿਹੇ ਮੀਡੀਆ ਅਦਾਰੇ ਨੇ ਜੋ ਹੱਕ ਸੱਚ ਦੀ ਆਵਾਜ਼ ਨਿਡਰ ਨਿਰਪੱਖ ਹੋ ਕੇ ਤੁਹਾਡੇ ਸਾਹਮਣੇ ਰੱਖਦੇ ਨੇ। ਅਸੀਂ ਹਮੇਸ਼ਾ ਰੱਖਦੇ ਆਏ ਹਾਂ, ਰੱਖ ਰਹੇ ਹਾਂ ਤੇ ਰੱਖਦੇ ਰਹਾਂਗੇ, ਇਹ ਤੁਹਾਡੇ ਨਾਲ ਵਾਅਦਾ ਕਰਦੇ ਹਾਂ। ਤੇ ਨਾਲ ਇਹ ਵੀ ਵਾਅਦਾ ਕਰਦੇ ਹਾਂ ਕਿ ਸ਼ੰਭੂ ਮੋਰਚਾ ਜਦੋਂ ਤੱਕ ਲੱਗਿਆ ਹੈ, ਦੀਪ ਸਿੱਧੂ ਦੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਚੱਲ ਰਹੇ ਹਾਂ ਤੇ ਚੱਲਦੇ ਰਹਾਂਗੇ। ਤੇ ਜਿਹੜੇ ਇਹ ਸ਼ੱਕ ਦਾ ਬੀਜ ਬੀਜਣ ਦੀ ਕੋਸ਼ਿਸ਼ ਕਰਦੇ ਨੇ ਕਿ ਕਿਤੇ ਮੁੰਡਾ ਪ੍ਰੋਜੈਕਟ ਤਾਂ ਨਹੀਂ ਕੀਤਾ ਹੋਇਆ, ਕਿਤੇ ਇਹ ਸਾਰਾ ਦਾ ਸਾਰਾ ਪਲਾਨ ਬੀਜੇਪੀ ਦੇ ਤਾਂ ਨਹੀਂ, ਤਾਂ ਉਹਨਾਂ ਨੂੰ ਮੈਂ ਇੱਕ ਵਾਰ ਕਹਾਂਗਾ ਕਿ ਇੱਕ ਵਾਰ ਆਪਣੀਆਂ ਅੱਖਾਂ ਬੰਦ ਕਰਕੇ ਆਪਣੇ ਜ਼ਿਹਨ ਦੇ ਅੰਦਰ ਝਾਤੀ ਮਾਰ ਕੇ ਦੇਖਿਓ ਕਿ ਜੇਕਰ ਉਹਨਾਂ ਨੇ ਪ੍ਰੋਜੈਕਟ ਕੀਤਾ ਆ ਤੇ ਜਿੱਦਾਂ ਬਰਾੜ ਸਾਹਿਬ ਨੇ ਕਿਹਾ ਕਿ ਇੱਦਾਂ ਦੇ ਫਿਰ 100-200 ਹੋਰ ਪ੍ਰੋਜੈਕਟ ਹੋ ਜਾਣ, ਕਿਉਂਕਿ ਆਪਣੀ ਮਾਂ ਦੀ ਗੱਲ ਕਰਨ ਵਾਲਾ, ਆਪਣੀ ਹੋਂਦ ਦੀ ਗੱਲ ਕਰਨ ਵਾਲਾ, ਖੁਦ ਮੁਖਤਿਆਰੀ ਦੀ ਗੱਲ ਕਰਨ ਵਾਲਾ ਪੰਜਾਬ ਨੂੰ ਇਸ ਵੇਲੇ ਪੂਤ ਸਪੂਤ ਚਾਹੀਦਾ ਹੈ। ਜੇ ਇੱਕ ਦੀਪ ਸਿੱਧੂ ਵਰਗਾ 1.25 ਲੱਖ ਦੇ ਬਰਾਬਰ ਹੈ ਤੇ ਜੇ 100 ਹੋਰ ਆ ਜਾਣ ਫਿਰ ਤਾਂ ਕਿਆ ਬਾਤਾਂ ਹੋ ਜਾਣਗੀਆਂ। ਅੱਜ ਦਿੱਲੀ ਨੂੰ ਹੱਥਾਂ ਪੈਰਾਂ ਦੀ ਪਈ ਹੈ, ਕਿਉਂਕਿ ਇਸ ਵਾਰ ਫਿਰ ਤੋਂ ਦਿੱਲੀ ਦੀ ਹਿੱਕ ਤੇ ਸ਼ੰਭੂ ਮੋਰਚੇ ਦੇ ਉੱਤੇ ਕਿਸਾਨ ਜਥੇਬੰਦੀਆਂ ਤੋਂ ਲੈ ਕੇ ਇੱਕ ਆਮ ਘਰ ਦਾ ਨੌਜਵਾਨ, ਬੀਬੀਆਂ ਜੁੜਨ ਲੱਗ ਪਈਆਂ ਨੇ ਤੇ ਇਹ ਕਾਫਲਾ ਹੁਣ ਵੱਧਦਾ ਜਾ ਰਿਹਾ ਹੈ। ਤੇ ਇਹ ਕਾਫਲਾ ਇੰਨਾ ਵਧਾਉਣਾ ਹੈ ਕਿ ਇੱਥੋਂ ਲਾਈਨ ਸ਼ੁਰੂ ਹੋਵੇ ਤੇ ਦਿੱਲੀ ਤੱਕ ਪਹੁੰਚੇ, ਤੇ ਉਹ ਦਿਨ ਵੀ ਆਊਗਾ ਤੇ ਉਸ ਦਿਨ ਦਿੱਲੀ ਨੂੰ ਆਪਣੇ ਆਪ ਅਹਿਸਾਸ ਹੋ ਜਾਊਗਾ ਕਿ ਦਿੱਲੀ ਨੇ ਕਿਹਦੇ ਨਾਲ ਮੱਥਾ ਲਾਇਆ ਹੈ, ਕਿਹਦੇ ਨਾਲ ਪੰਗਾ ਲਿੱਤਾ ਹੈ। ਉਮੀਦ ਕਰਦਾ ਕਿ ਤੁਸੀਂ ਵੀ ਇਸ ਮੋਰਚੇ ਦਾ, ਆਪਣੇ ਨੇੜੇ ਤੇੜੇ ਲੱਗੇ ਹੋਏ ਹਰ ਕਿਸਾਨ ਮੋਰਚੇ ਦਾ ਵੱਧ ਚੜ੍ਹ ਕੇ ਸਾਥ ਦਿਓਗੇ, ਤਾਂ ਜੋ ਇਸ ਵਾਰ ਦਿੱਲੀ ਦੇ ਘਟੀਆ ਤੇ ਗੰਦੇ ਮਨਸੂਬੇ ਕਦੇ ਵੀ ਪੂਰੇ ਨਾ ਹੋ ਸਕਣ, ਕਦੇ ਵੀ ਉਹ ਆਪਣੇ ਗੰਦੇ ਮਨਸੂਬਿਆਂ 'ਚ ਕਾਮਯਾਬ ਨਾ ਹੋ ਸਕੇ। ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ। ਆਪਣੇ ਹੋਸਟ ਦੇ ਦੋਸਤ ਪ੍ਰੀਤ ਸੈਣੀ ਦਿਓ ਇਜਾਜ਼ਤ। ਪ੍ਰੋਗਰਾਮ ਚੰਗਾ ਲੱਗਿਆ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਬੁਲਾਓ ਫਤਿਹ, ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।